चलो फर्स्ट चैप्टर जेड़ा हैगा ਅਸੀਂ करना है पॉलिटिकल साइंस मीनिंग एंड करैक्टरिस्टिक्स। ठीक है, यही चैप्टर हैगा ना। सो पॉलिटिकल ते साइंस हमेशा ਅਸੀਂ मतलब जो ਆਪਾਂ पॉलिटिकल साइंस रखते भी हाँ ਅਸੀਂ ਇਹਨਾਂ ਇਕੱਠਾ ਹੀ पढ़ते हैं पॉलिटिकल साइंस है ना। तो लेकिन ਇਹਨਾਂ ਦਾ ਜਿਹੜਾ ਨਾਮ ਹੈਗਾ ਨਾ ਇਹ ਹੈਗਾ डिफरेंट ਆ। मतलब पॉलिटिकल ਦਾ मतलब ਵੱਖਰਾ ਹੈਗਾ ਵਾ, ਸਿਸਟਮ ਦਾ मतलब ਜਿਹੜਾ ਹੈਗਾ ਵਾ ਉਹ ਵੱਖਰਾ ਹੈਗਾ ਵਾ। ਜਿਵੇਂ ਕਿ ਪੋਲੀਟੀਕਲ ਜਿਹੜਾ ਹੈਗਾ ਵਾ ਪੋਲੀਟੀਕਲ ਸਾਇੰਸ ਕਹਿੰਦੇ ਪੋਲੀਟੀਕਲ ਤੇ ਸਾਇੰਸ ਦੋ ਵੱਖਰੇ ਵੱਖਰੇ ਵਰਡ ਹੈਗੇ ਨੇ। ਕਹਿੰਦੇ ਕਿ ਜਿਹੜਾ ਸਾਡਾ ਇੱਕ ਰਾਈਟਰ ਹੈਗਾ ਅਰਿਸਟੋਟਲ, ਠੀਕ ਹੈ, ਮੈਂ ਤੁਹਾਨੂੰ ਕਹਿੰਦੀ ਹੁੰਦੀ ਆ ਨਾ ਇੱਕ ਰਾਈਟਰ ਅਰਸਤੂ ਹੀ ਇਦਾਂ ਦਾ ਹੈਗਾ ਵਾ ਜਿਹਦੇ ਇੰਗਲਿਸ਼ ਤੇ ਪੰਜਾਬੀ ਚ ਨਾਮ ਵੱਖਰੇ ਵੱਖਰੇ ਪੈ ਜਾਂਦੇ ਨੇ। ਜਿੱਦਾਂ ਇੰਗਲਿਸ਼ ਚ ਪੈ ਜਾਂਦਾ ਅਰਿਸਟੋਟਲ, ਠੀਕ ਹੈ, ਪੰਜਾਬੀ ਚ ਪੈ ਜਾਂਦਾ ਅਰਸਤੂ। ਜੇ ਮੈਨੂੰ ਪੰਜਾਬੀ ਚ ਕਹਿਣਾ ਹੋਵੇ ਤਾਂ ਵੀ ਮੈਂ ਨਵਨੀਤ ਹੀ ਆ, ਜੇ ਮੈਨੂੰ ਇੰਗਲਿਸ਼ ਚ ਕਹਿਣਾ ਹੋਵੇ ਤਾਂ ਵੀ ਮੈਂ ਨਵਨੀਤ ਹੀ ਆ, ਕੋਈ ਵੱਖਰਾ ਤਾਂ ਹੋ ਰਿਹਾ ਹੈ ਨਾ। तो बट ये इदां दा राइटर है जिसनू अरिस्टोटल इंग्लिश च लिखना है तुसी ते पंजाबी च हैगा अरस्तु। ये यूनान तो हैगा वा, ठीक है, यूनान एक प्लेस का नाम है, उत्थों दा राइटर है। उसने क्या है कि जिहड़ा पॉलिटिकल एसोसिएशन हैगा वा उसनू असी की कहांगे जिहड़ा साडा पॉलिटिकल साइंस हैगा वा उसनू असी पॉलिटिकल एसोसिएशन मोस्ट सोवरन एंड इनक्लूसिव एसोसिएशन भी बोल देवांगे। ठीक है, मतलब कि राजनीतिक संघ जेड़ा हैगा अति प्रभुसत्ता संपन्न अते सर्व सम्मिलित संघ है। मतलब पॉलिटिकल एक इस तरह दा एसोसिएशन एक इदां दा संघ हैगा, संघ मतलब ग्रुप हुंदा है, ठीक है ना। एक इस तरह दा एसोसिएशन हैगा वा जेड़ा सोवरन हैगा ते जेड़ा सोवरन हैगा मतलब सोवरन दा मतलब संपन्न हैगा वा। ਇਨਕਲੂਸਿਵ मतलब कि ਸਰਵ सम्मिलित हैगा वा। ਅਰਿਸਟੋਟਲ ਕਹਿੰਦਾ ਵਾ ਕਿ ਇਹਦੇ ਕੋਲ ਪੋਲੀਟੀਕਲ ਦੇ ਕੋਲ ਇਦਾਂ ਦੀ ਪਾਵਰ ਹੈਗੀ ਆ ਜਿਹੜੀ ਪਾਵਰ ਇਸ ਨੂੰ ਬਾਕੀ ਸਾਰੇ ਲੋਕਾਂ ਦੀ ਦੇਸ਼ ਦੀ ਪਾਵਰ ਤੋਂ ਵੱਖਰਾ ਕਰ ਦਿੰਦੀ ਹੈ। ਕਿੱਦਾਂ ਵੱਖਰਾ ਕਰ ਦਿੰਦੀ ਹੈ? ਹੁਣ ਤੁਸੀਂ ਦੇਖੋ ਪੋਲੀਟੀਸ਼ੀਅਨ ਜਿਹੜਾ ਵਿਅਕਤੀ ਹੋਏਗਾ, ਪੋਲੀਟੀਸ਼ੀਅਨ ਜਿਹੜਾ ਪਰਸਨ ਹੋਏਗਾ ਉਹਦੇ ਕੋਲ ਤਾਂ ਪਾਵਰ ਹੈਗੀਆਂ ਨੇ ਨਾ ਜਿਹੜੀਆਂ ਉਸਨੂੰ ਸਾਡੇ ਵਰਗੇ ਆਮ ਇਨਸਾਨ ਤੋਂ ਡਿਫਰੈਂਟ ਕਰ ਦਿੰਦੀਆਂ ਨੇ। ਹੁਣ ਜੇ ਸਾਡੇ ਪੀਐਮ ਬੋਲਣਗੇ, ਠੀਕ ਹੈ, ਪੀਐਮ ਨੇ ਕੋਈ ਰੂਲ ਬਣਾਤਾ ਉਹ ਰੂਲ ਤੁਹਾਨੂੰ ਫੋਲੋ ਕਰਨ ਦੇ ਲਈ ਬੋਲਣਗੇ ਤਾਂ ਤੁਸੀਂ ਰੂਲ ਫੋਲੋ ਕਰੋਗੇ ਹੀ ਕਰੋਗੇ। ਠੀਕ ਹੈ, ਜਿੱਦਾਂ ਪਹਿਲਾਂ ਜਦੋਂ ਕੋਈ ਲੇਡੀ ਜਿਹੜੀ ਹੈਗੀ ਆ ਜਾਂ ਗਰਲ ਹੈਗੀ ਆ ਫੇਸ ਕਵਰ ਕਰਕੇ ਆਪਣੇ ਦੁਪੱਟੇ ਦੇ ਨਾਲ ਜਾਂਦੀ ਸੀ ਤਾਂ ਫਾਈਨ ਕਰ ਦਿੱਤਾ ਜਾਂਦਾ ਸੀ, ਹੈ ਨਾ, ਬੋਲਿਆ ਜਾਂਦਾ ਸੀਗਾ ਏਦਾਂ ਦੁਪੱਟੇ ਕਵਰ ਨਹੀਂ ਕਰਨਾ, ਫਾਈਨ ਕਰ ਦਿੱਤਾ ਜਾਊਗਾ। ਕਿੰਨੇ ਰੂਲ ਬਣਾਇਆ? ਪੀਐਮ ਨੇ ਬਣਾਇਆ। ਹੁਣ ਰੂਲ ਇਹ ਬਣਾਤਾ ਜਿਹੜਾ ਨਾ ਕਰਕੇ ਜਾਓ ਉਹਨੂੰ ਫਾਈਨ ਪੈਣਾ, ਇਹੀ ਬਣਾਤਾ ਨਾ। ਇਹਦਾ ਮਤਲਬ ਪੋਲੀਟੀਸ਼ੀਅਨ ਦੇ ਪਰਸਨ ਦੇ ਕੋਲ ਇੱਕ ਏਦਾਂ ਦੀ ਪਾਵਰ ਹੁੰਦੀ ਆ ਜਿਹੜੀ ਉਸਨੂੰ ਬਾਕੀ ਸਾਰੇ ਲੋਕਾਂ ਤੋਂ ਡਿਫਰੈਂਟ ਕਰ ਦਿੰਦੀ ਆ। ਠੀਕ ਹੈ, ਹੁਣ ਜੇ ਮੈਂ ਰੂਲ ਬਣਾਵਾਂ ਜੀ ਮੈਨੂੰ ਤਾਂ ਪਸੰਦ ਨਹੀਂ ਆ ਮਾਸਕ ਜੇ ਲਗਾਣੇ ਹੈਗੇ, ਤੁਸੀਂ ਮਾਸਕ ਨਹੀਂ ਲਗਾਣੇ ਕਿਸੇ ਨੇ, ਮੇਰੀ ਕੋਈ ਮੰਨੂਗਾ? ਮੇਰੀ ਤਾਂ ਤੁਸੀਂ ਇੱਥੇ ਨਹੀਂ ਮੰਨਦੇ ਹੈਗੇ। ਜਦੋਂ ਮੈਂ ਤੁਹਾਨੂੰ ਕਹਿੰਨੀ ਆ ਕੈਮਰੇ ਔਨ ਕਰ ਲਓ, ਮੇਰੀ ਉਹ ਕਿੱਥੋਂ ਮੰਨ ਲੈਣਗੇ? ਇਹਦਾ ਮਤਲਬ ਆ ਆਮ ਇਨਸਾਨ ਤੇ ਪੋਲੀਟੀਸ਼ੀਅਨ ਦੇ ਵਿੱਚ ਡਿਫਰੈਂਸ ਹੁੰਦਾ। ਠੀਕ ਹੈ, ਪੋਲੀਟੀਸ਼ੀਅਨ ਦੇ ਕੋਲ ਇੱਕ ਪਾਵਰ ਹੁੰਦੀ ਹੈ, ਇੱਕ ਪੋਜੀਸ਼ਨ ਹੁੰਦੀ ਹੈ ਜਿਹਦੇ ਕਰਕੇ ਪੋਲੀਟੀਸ਼ੀਅਨ ਨੂੰ ਬਾਕੀ ਸਾਰਿਆਂ ਤੋਂ ਡਿਫਰੈਂਟ ਕਰ ਦਿੱਤਾ ਜਾਂਦਾ ਵਾ। ਠੀਕ ਹੈ ਨਾ, ਅਰਿਸਟੋਟਲ ਜਿਹੜਾ ਹੈਗਾ ਉਹਨੇ ਪਰਸਨ ਨੇ ਬੋਲਿਆ ਸੀ। ਉਸ ਤੋਂ ਬਾਅਦ ਅਕੋਰਡਿੰਗ ਟੂ ਰਾਬਰਟ ਏ ਡਾਹਲ ਇਵਨ ਸਿੰਸ ਅਰਿਸਟੋਟਲ ਟਾਈਮ ਦ ਨੇਸ਼ਨ ਹੈਜ਼ ਬੀਨ ਵਾਈਡਲੀ ਸ਼ੇਅਰਡ ਦੈਟ ਏ ਪੋਲੀਟੀਕਲ ਰਿਲੇਸ਼ਨਸ਼ਿਪ ਇਨ ਸਮ ਵੇ ਇਨਵੋਲਵ ਦ ਅਥਾਰਟੀ ਰੂਲ ਐਂਡ ਪਾਵਰ। ਹੁਣ ਤੁਸੀਂ ਯਾਦ ਰੱਖੋ ਮੈਂ ਬੋਲਿਆ ਅਥਾਰਟੀ, ਯਾਦ ਰੱਖਣੇ ਤਿੰਨ ਵਰਡ ਮੈਂ ਪੁੱਛਣੇ ਹੈਗੇ ਨੇ, ਅਥਾਰਟੀ, ਰੂਲ ਤੇ ਪਾਵਰ। ਠੀਕ ਹੈ, ਪੰਜਾਬੀ ਚ ਇਹਨਾਂ ਦੇ ਨਾਮ ਹੈਗੇ ਆ ਸਤਾ, ਸਤਾ ਮਤਲਬ ਹੁੰਦਾ ਪੋਜੀਸ਼ਨ ਯਾਨੀ ਕਿ ਉਹਦੀ ਅਥਾਰਟੀ, ਸ਼ਾਸਨ, ਸ਼ਾਸਨ ਮਤਲਬ ਹੁੰਦਾ ਰੂਲ, ਪਾਵਰ, ਪਾਵਰ ਮਤਲਬ ਸ਼ਕਤੀ। ਕਹਿੰਦਾ ਜਿਹੜਾ ਸਾਡਾ ਰਾਬਰਟ ਏ ਡਾਹਲ ਰਾਈਟਰ ਆ ਉਹਨੇ ਇਹ ਚੀਜ਼ ਬੋਲੀ ਆ ਕਿ ਅਰਸਤੂ ਦੇ ਟਾਈਮ ਤੋਂ ਹੀ ਆਮ ਤੌਰ ਤੇ ਇਸ ਵਿਚਾਰ ਨੂੰ ਸਵੀਕਾਰ ਕੀਤਾ ਗਿਆ ਵਾ, ਯਾਨੀ ਕਿ ਇਹ ਵਿਚਾਰ ਹੈਗਾ ਵਾ ਸਾਡਾ ਕਿ ਰਾਜਨੀਤਿਕ ਸੰਬੰਧ ਕਾਫੀ ਹੱਦ ਤੱਕ ਮਤਲਬ ਪੋਲੀਟੀਸ਼ੀਅਨ ਕਿਹਦੇ ਨਾਲ ਸੰਬੰਧਿਤ ਹੁੰਦੀ ਆ? ਸ਼ਕਤੀ ਦੇ ਨਾਲ, ਸ਼ਾਸਨ ਦੇ ਨਾਲ ਤੇ ਸਤਾ ਦੇ ਨਾਲ। ਹੁਣ ਤੁਸੀਂ ਦੇਖੋ ਪੀਐਮ ਦੀ ਪੋਜੀਸ਼ਨ, ਪੀਐਮ ਦੀ ਪਾਵਰ, ਪੀਐਮ ਦਾ ਰੂਲ, ਸਮਝ ਰਹੇ ਹੋ? ਕਿਉਂ ਕੋਈ ਤਿੰਨੇ ਹੀ ਚੀਜ਼ਾਂ ਹੈਗੀਆਂ ਨੇ ਜਿਹਦੇ ਕਰਕੇ ਉਹ ਤੁਹਾਡੇ ਉੱਤੇ ਕੀ ਵਟਐਵਰ ਜਿਹੜਾ ਜਿਹਦੇ ਕਰਕੇ ਉਹ ਸਭ ਦੇ ਉੱਤੇ ਕੋਈ ਰੂਲ ਬਣਾ ਸਕਦਾ ਹੈ ਤੇ ਸਭ ਨੂੰ ਫੋਲੋ ਕਰਨੇ ਪੈਣਗੇ। ਠੀਕ ਹੈ, ਉਹਨੂੰ ਬੋਲਦੇ ਆ ਕਿ ਇੱਕ ਪੋਲੀਟੀਸ਼ੀਅਨ ਦੇ ਕੋਲ ਹੀ ਏਦਾਂ ਦੀ ਪਾਵਰ ਹੁੰਦੀ ਆ, ਅਥਾਰਟੀ ਹੁੰਦੀ ਆ, ਪਾਵਰ ਹੁੰਦੀ ਆ, ਪੋਜੀਸ਼ਨ ਹੁੰਦੀ ਆ ਜਿਹੜੀ ਉਸਨੂੰ ਦੂਸਰੇ ਮੈਨ ਦੇ ਨਾਲੋਂ ਟੋਟਲੀ ਵੱਖਰਾ ਕਰ ਦਿੰਦੀ ਆ। ਇਸ ਤੋਂ ਇਲਾਵਾ ਹੈਗਾ ਵਾ
ਕਹਿੰਦੇ ਕਿ ਉਸਦੇ ਪਾਵਰ ਦੇ ਨਾਲ ਨਾਲ ਉਸਦੇ ਕੋਲ ਇੱਕ ਲੈਜੀਟੀਮੇਸੀ ਫਿਜ਼ੀਕਲ ਕਨਸੀਵ ਪਾਵਰ ਮਤਲਬ ਕਿ ਕਾਨੂੰਨੀ ਸਰੀਰਕ ਜਬਰੀ ਸ਼ਕਤੀ ਵੀ ਹੁੰਦੀ ਹੈ। ਜਬਰੀ ਸ਼ਕਤੀ ਦਾ ਮਤਲਬ ਜ਼ਬਰਦਸਤੀ ਵਾਲੀ ਸ਼ਕਤੀ, ਮਤਲਬ ਤੁਸੀਂ ਮੰਨਣਾ ਨਹੀਂ ਮੰਨਣਾ ਤੁਹਾਡੇ ਤੇ ਡਿਪੈਂਡ ਨਹੀਂ ਕਰਨਾ। ਲੈਜੀਟੀਮੇਸੀ ਪਾਵਰ ਦਾ ਮਤਲਬ ਇਹ ਹੁੰਦਾ, ਲੈਜੀਟੀਮੇਟ ਚਾਹੇ ਲਿਖ ਲਓ ਲੈਜੀਟੀਮੇਸੀ ਲਿਖ ਲਓ, ਇਹਦਾ ਮਤਲਬ ਇਹ ਹੁੰਦਾ ਜ਼ਬਰਦਸਤੀ ਵਾਲੀ ਸ਼ਕਤੀ, ਕਿ ਉਹਦੇ ਕੋਲ ਇੱਕ ਏਦਾਂ ਦੀ ਸ਼ਕਤੀ ਹੈਗੀ ਆ ਜਿਹੜੇ ਉਹ ਜ਼ਬਰਦਸਤੀ ਰੂਲ ਬਣਾਏਗਾ, ਉਹ ਜ਼ਬਰਦਸਤੀ ਤੁਹਾਡੇ ਤੇ ਲਾਗੂ ਕਰੇਗਾ ਤੇ ਤੁਹਾਨੂੰ ਉਹ ਰੂਲ ਨੂੰ ਮੰਨਣਾ ਹੀ ਪੈਣਾ ਵਾ। ਠੀਕ ਹੈ, ਉਸਨੂੰ ਬੋਲਿਆ ਜਾਂਦਾ ਹੈ ਕਿ ਇੱਕ ਕਿਸਮ ਦੀ ਲੈਜੀਟੀਮੇਸੀ ਜਿਹੜੀ ਪਾਵਰ ਹੈਗੀ ਆ ਉਹ ਉਸਦੇ ਕੋਲ ਹੁੰਦੀ ਆ। ਠੀਕ ਹੈ, ਮੈਕਸ ਵੈਬਰ ਨੇ ਵੀ ਇਵਨ ਕੀ ਕਿਹਾ ਵਾ ਕਿ ਇਫ ਐਂਡ ਇਜ਼ ਨੋਟ ਸੋ ਫਾਰ ਐਜ਼ ਦ ਇਨਫੋਰਸਮੈਂਟ ਆਫ ਇਟਸ ਆਰਡਰ ਇਜ਼ ਕੈਰੀਡ ਆਊਟ ਦ ਕੰਟੀਨਿਊਸਲੀ ਵਿਦਨ ਅ ਗਿਵਨ ਦ ਟੈਰੀਟੋਰੀਅਲ ਏਰੀਆ ਬਾय ਦ ਐਪਲੀਕੇਸ਼ਨ ਐਂਡ ਦ ਥ੍ਰੈਟ ਫਿਜ਼ੀਕਲ ਫੋਰਸ ਔਨ ਦ ਪਾਰਟ ਆਫ ਦ ਐਡਮਿਨਿਸਟ੍ਰੇਟਿਵ ਸਟਾਫ। ਕਹਿੰਦੇ ਕਿ ਮੈਕਸ ਵੈਬਰ ਨੇ ਵੀ ਚੀਜ਼ ਬੋਲੀ ਹੈ ਕਿ ਜਦੋਂ ਉਸਦੇ ਹੁਕਮਾਂ ਦੀ ਪਾਲਣਾ ਇੱਕ ਨਿਸ਼ਚਿਤ ਇਲਾਕੇ ਉੱਪਰ ਪ੍ਰਸ਼ਾਸਨਿਕ ਸਟਾਫ ਦੇ ਦੁਆਰਾ ਸਰੀਰਕ ਸ਼ਕਤੀ ਦੇ ਡਰ ਅਤੇ ਵਰਤੋਂ ਰਾਹੀਂ ਲਗਾਤਾਰ ਕਰਵਾਈ ਜਾਂਦੀ ਹੈ। ਮਤਲਬ ਕਿ ਪੋਲੀਟੀਸ਼ੀਅਨ ਉਹ ਵਿਅਕਤੀ ਆ ਜਿਹੜਾ ਜ਼ਬਰਦਸਤੀ ਆਪ ਤਾਂ ਸ਼ਾਸਨ ਕਰਦਾ ਹੀ ਕਰਦਾ, ਆਪਣੇ ਸਟਾਫ ਨੂੰ ਨਾਲ ਵਿੱਚ ਰਲਾ ਕੇ, ਠੀਕ ਹੈ, ਜ਼ਬਰਦਸਤੀ ਵਾਲੇ ਤਰੀਕੇ ਦੇ ਨਾਲ ਰੂਲ ਬਣਾਉਂਦਾ ਵਾ ਤੇ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਦਾ ਹੈ ਕਿ ਇਸ ਰੂਲ ਨੂੰ ਫੋਲੋ ਕਰਨਾ ਹੀ ਪੈਣਾ ਵਾ ਤੇ ਲੋਕ ਇਸ ਡਰ ਦੇ ਨਾਲ ਕੰਟੀਨਿਊ ਰੂਲ ਫੋਲੋ ਕਰਦੇ ਆ। ਉਹਨੂੰ ਬੋਲਿਆ ਜਾਂਦਾ ਹੈਗਾ ਵਾ ਪੋਲੀਟੀਸ਼ੀਅਨ, ਯਾਨੀ ਕਿ ਪੋਲੀਟੀਕਲ। ਠੀਕ ਹੈ, ਹੁਣ ਤੁਸੀਂ ਪੋਲੀਟੀਕਲ ਦਾ ਮਤਲਬ ਯਾਦ ਰੱਖਣਾ ਵਾ, ਬਹੁਤ ਮੈਂ ਜ਼ਿਆਦਾ ਐਕਸਪਲੇਨ ਕਰ ਚੁੱਕੀ ਹਾਂ ਇਸ ਨੂੰ। ਪੋਲੀਟੀਕਲ ਦਾ ਮਤਲਬ ਇਹੀ ਹੈ ਜਿਹਦੇ ਕੋਲ ਪਾਵਰ ਹੈ, ਪੋਜੀਸ਼ਨ ਹੈ, ਠੀਕ ਹੈ, ਅਥਾਰਟੀ ਹੈ। ठीक है, पावर अथॉरिटी एंड पोजीशंस हैगी है जिको अथॉरिटी रूल एंड पावर है जिहदे कोल मतलब शक्ति शासन ते सत्ता वा जेड़ा कि अपने जेड़े व्यक्ति कोल भी सारियां चीजां ने दैन वो सारे पर्सनस नू अपने कंट्रोल दे विच करके रूल एंड रेगुलेशंस नू मनवाउण दी कोशिश करदी हैगी है। ठीक है, उस तो बाद असीं आने मीनिंग ऑफ द सिस्टम, मीनिंग ऑफ द वर्ड सिस्टम। कहते कि हम सिस्टम का मतलब की है, पॉलिटिकल का मतलब तो असं समझ लिया कि हाँ पॉलिटिकल वो है जिसको पावर है, पोजीशन है ते रूल है, जिहदे अकॉर्डिंग वो साडे को रूल मनवा लैंदी है ते सानू फॉलो करने ही पैणे आ। हुण पॉलिटिकल का मतलब ये हैगा, आपां की बोलिया पॉलिटिकल सिस्टम। हुण सिस्टम का मतलब इत्थे अलग हैगा वा। सिस्टम जिहड़ा हुंदा ना, एक सिस्टम दूजे दे नाल कनैक्ट हुंदा वा। फॉर एग्जांपल अज आपां कनैक्टेड बैठे हैगे आ, ਤੁਹਾਡਾ ਸਿਸਟਮ ਮੇਰੇ ਨਾਲ ਕਨੈਕਟ ਹੈ, ਮੇਰਾ ਸਿਸਟਮ ਤੁਹਾਡੇ ਨਾਲ ਕਨੈਕਟ ਹੈ। ਜੇ ਮੈਂ ਆਪਣਾ ਸਿਸਟਮ ਇੱਥੋਂ ਤੋੜ ਦਵਾਂ, ਮਤਲਬ ਮੈਂ ਇੱਥੋਂ ਆਪਣੇ ਆਪ ਨੂੰ ਕੱਟ ਕਰ ਦਵਾਂ, ਲੈਫਟ ਕਰ ਦਵਾਂ, ਤੁਸੀਂ ਸਾਰੇ ਲੈਫਟ, ਇਹੀ ਹੋਊਗਾ ਨਾ। ਇਹਦਾ ਮਤਲਬ ਆ ਹਰ ਕੋਈ ਸਿਸਟਮ ਦੂਜੇ ਸਿਸਟਮ ਦੇ ਨਾਲ ਕਨੈਕਟਡ ਹੁੰਦਾ ਹੈਗਾ ਵਾ। ਮਤਲਬ ਇੱਕ ਸਿਸਟਮ ਜਿਹੜਾ ਹੈਗਾ ਵਾ ਦੂਜੇ ਸਿਸਟਮ ਦੇ ਨਾਲ ਹੀ ਚੱਲਦਾ ਹੈਗਾ ਵਾ। फॉर एग्जाम्पल ਦੇ ਤੌਰ ਤੇ ਹੁਣ ਤੁਸੀਂ ਇਹ ਦੇਖੋ, ਪਹਿਲਾਂ ਇਹ ਸਾਨੂੰ ਕਿਹਾ ਜਾਂਦਾ ਸੀ ਕਿ ਪਹਿਲਾਂ ਕੀ ਹੁੰਦਾ ਵੀ ਇਹੀ ਸਿਸਟਮ ਹੈਗਾ ਵਾ। ਇਹ ਕਿਹਾ ਗਿਆ ਵਾ ਕਿ 18 ਸਾਲ ਦਾ ਕੋਈ ਵੀ ਜਿਹੜਾ ਹਿਊਮਨ ਬੀਇੰਗ ਆ, ਚਾਹੇ ਮੈਨ ਆ ਚਾਹੇ ਵਮਨ ਆ, ਉਹਨੂੰ ਰਾਈਟ ਟੂ ਵੋਟ ਦਾ ਰਾਈਟ ਪ੍ਰੋਵਾਈਡ ਹੈ। ਇਹੀ ਬੋਲਿਆ ਗਿਆ ਨਾ। ਜੇ ਮੈਂ ਰੂਲ ਤੋੜ ਦਵਾਂ, ਮੈਂ ਕਹਿ ਦਵਾਂ ਕਿ ਨਹੀਂ 18 ਨੂੰ ਕੱਟ ਦੋ 20 ਨੂੰ, ਇਹ ਐਗਜ਼ਾਮਪਲ ਤੁਸੀਂ ਲਿਖ ਸਕਦੇ ਹੋ ਇਹਦੇ ਵਿੱਚ। ਮੈਂ ਇਹ ਬੋਲ ਦਵਾਂ ਕਿ 18 ਸਾਲ ਦੇ ਵਿਅਕਤੀ ਨੂੰ ਨਹੀਂ 20 ਸਾਲ ਦੇ ਵਿਅਕਤੀ ਨੂੰ ਰਾਈਟ ਟੂ ਵੋਟ ਦਾ ਰਾਈਟ ਹੈਗਾ ਵਾ ਕਿ ਉਹ 20 ਸਾਲ ਦਾ ਵਿਅਕਤੀ ਵੋਟ ਪਾ ਸਕਦਾ। ਸੋਚੋ, ਮੈਂ ਸਾਰਾ ਸਿਸਟਮ ਹੀ ਚੇਂਜ ਕਰਤਾ, ਸਿਸਟਮ ਚੇਂਜ ਕਰ ਦਿੱਤਾ ਨਾ। ਹੁਣ ਤੁਸੀਂ ਦੇਖੋ, ਪਹਿਲਾਂ ਤਾਂ ਮੈਨੂੰ 20 ਸਾਲ ਦੇ ਸਾਰੇ ਵਿਅਕਤੀਆਂ ਦੀ ਸੂਚੀ ਬਣਾਉਣੀ ਪੈਣੀ ਆ, ਫਿਰ 18 ਸਾਲਾਂ ਵਾਲਾਂ ਦੀ ਕੱਟਣੀ ਪੈਣੀ ਆ, ਫਿਰ ਮੈਨੂੰ ਇਹ ਕਿਆ ਕਰਨਾ ਪੈਣਾ ਹੈਗਾ ਵਾ ਕਿ 20 ਸਾਲ ਦੇ ਜਿੰਨੇ ਵੀ ਵਿਅਕਤੀ ਹੁਣ ਹੋਏ ਆ ਉਹਨਾਂ ਦੀ ਨਵੀਂ ਲਿਸਟ ਬਣਾਉਣੀ ਪੈਣੀ ਆ। ਇਹਦਾ ਮਤਲਬ ਇੱਕ ਸਿਸਟਮ ਦੂਜੇ ਦੇ ਨਾਲ ਕਨੈਕਟਡ ਆ। ਮੈਂ ਇੱਕ ਸਿਸਟਮ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰੂੰ, ਮੈਂ ਤਾਂ ਸਿਸਟਮ ਇਹੀ ਹਾਰਮ ਕੀਤਾ ਨਾ, ਜਸਟ ਨੁਕਸਾਨ ਪਹੁੰਚਾਇਆ ਕਿ 18 ਸਾਲ ਦੇ ਨੂੰ ਵੋਟ ਦਾ ਅਧਿਕਾਰ ਨਹੀਂ ਹੈ। ਇੱਕ ਸਿਸਟਮ ਖਰਾਬ ਕੀਤਾ ਨਾ, ਪਰ ਸਿਸਟਮ ਤਾਂ ਸਾਰਾ ਹੀ ਖਰਾਬ ਹੋ ਗਿਆ। 18 ਸਾਲ ਦੇ ਸਾਰੇ ਕੱਟੋ, 20 ਸਾਲ ਦੀ ਨਵੀਂ ਸੂਚੀ ਦੁਬਾਰਾ ਬਣਾਓ, ਜਿਹੜੇ ਨਹੀਂ ਬਣੇ ਉਹਨਾਂ ਦੀ ਦੁਬਾਰਾ ਐਡ ਕਰੋ। ਤੁਸੀਂ ਇਹ ਸੋਚੋ, ਮੈਂ ਤਾਂ ਪੂਰੇ ਦੇ ਪੂਰੇ ਸਿਸਟਮ ਨੂੰ ਲਾ ਕੇ ਰੱਖ ਦਿੱਤਾ। ਇਸ ਲਈ ਬੋਲਿਆ ਜਾਂਦਾ ਹੈ ਕਿ ਇੱਕ ਸਿਸਟਮ ਦੂਜੇ ਸਿਸਟਮ ਦੇ ਨਾਲ ਕਨੈਕਟਡ ਹੁੰਦਾ ਵਾ।
ਪੋਲੀਟੀਕਲ ਦਾ ਮਤਲਬ ਅਲੱਗ ਹੈ, ਪੋਲੀਟੀਕਲ ਸਿਸਟਮ ਦਾ ਮਤਲਬ ਅਲੱਗ ਹੈਗਾ। ਤੁਸੀਂ ਇਹ ਲਿਖਣਾ ਹੈਗਾ ਵਾ ਕਿ ਸਿਸਟਮ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਵਾ ਉਹ ਕਨੈਕਟਡ ਹੁੰਦਾ ਵਾ। ਦ ਫੋਲੋਇੰਗ ਆਰ ਦਾ ਕਰੈਕਟਰ ਆਫ ਅ ਸਿਸਟਮ, ਮਤਲਬ ਕੀ ਕਹਿੰਦੇ ਕਿ ਸਿਸਟਮ ਜਿਹੜਾ ਹੈਗਾ ਵਾ ਉਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ। ਹੁਣ ਮੰਨ ਲਓ ਕਿ ਤੁਹਾਨੂੰ ਲਿਖਣਾ ਆ ਜਾਏ ਸਿਸਟਮ ਕੀ ਹੈ, ਤੁਸੀਂ ਏਦਾਂ ਤਾਂ ਲਿਖ ਲਓਗੇ ਕਿ ਹਾਂ ਇੱਕ ਸਿਸਟਮ ਦੂਜੇ ਸਿਸਟਮ ਦੇ ਨਾਲ ਕਨੈਕਟਡ ਹੁੰਦਾ, ਇੱਕ ਸਿਸਟਮ ਨੂੰ ਹਾਰਮ ਕੀਤਾ ਜਾਂਦਾ, ਦੈਨ ਬਾਕੀ ਸਾਰੇ ਸਿਸਟਮ ਵੀ ਹਾਰਮ ਹੋ ਜਾਂਦੇ ਨੇ, ਨੁਕਸਾਨ ਪਹੁੰਚਦਾ ਵਾ ਉਹਨੂੰ। ਬਟ ਉਹਦੇ ਕਰੈਕਟਰਿਸਟਿਕਸ ਕੀ ਲਿਖੋਗੇ, ਉਹ ਤੁਸੀਂ ਇਹ ਲਿਖੋਗੇ ਕਹਿੰਦੇ ਕਿ ਮਤਲਬ ਪ੍ਰਣਾਲੀ ਵੱਖ-ਵੱਖ ਅੰਗਾਂ ਜਾਂ ਭਾਗਾਂ ਦੇ ਜੋੜ ਤੋਂ ਬਣਦੀ ਹੈਗੀ ਹੈ। ਠੀਕ ਹੈ, ਸਿਸਟਮ ਇਜ਼ ਏ ਕੰਪਰੈਸਡ ਆਫ ਅ ਡਿਫਰੈਂਟ ਪਾਰਟ। ਠੀਕ ਹੈ, ਕੰਪੇਅਰਡ ਆਫ ਅ ਡਿਫਰੈਂਟ ਪਾਰਟ, ਮਤਲਬ ਇੱਕ ਸਿਸਟਮ ਜਿਹੜਾ ਹੈਗਾ ਡਿਫਰੈਂਟ ਟਾਈਪ ਦੇ ਪਾਰਟ ਦੇ ਨਾਲ ਬਣਦਾ ਹੈਗਾ ਵਾ। ਫਿਰ ਇੱਕ ਦੂਸਰੇ ਸਿਸਟਮ ਜਿਹੜਾ ਹੈਗਾ ਇੰਟਰਡਿਪੈਂਡੈਂਟ ਹੁੰਦਾ ਵਾ। ਇੰਟਰਡਿਪੈਂਡੈਂਟ ਮਤਲਬ ਕਿ ਇੱਕ ਦੂਜੇ ਦੇ ਉੱਤੇ ਡਿਪੈਂਡ ਹੁੰਦਾ ਵਾ ਇੱਕ ਸਿਸਟਮ। ਜਿੱਦਾਂ ਮੈਂ ਬੋਲਿਆ ਨਾ ਕਿ ਮੇਰਾ ਸਿਸਟਮ ਤੁਹਾਡੇ ਤੇ ਡਿਪੈਂਡ ਹੈ, ਤੁਹਾਡਾ ਸਿਸਟਮ ਮੇਰੇ ਤੇ ਡਿਪੈਂਡ ਹੈਗਾ ਵਾ। ਠੀਕ ਹੈ, ਇਸ ਟਾਈਮ ਜਿੱਦਾਂ ਆਪਾਂ ਮੋਬਾਈਲ ਤੇ ਆਨਲਾਈਨ ਕਲਾਸਾਂ ਲਗਾ ਰਹੇ ਹੈਗੇ, ਤੁਸੀਂ ਕੋਈ ਕਨੈਕਸ਼ਨ ਤੋੜ ਕੇ ਚਲੇ ਜਾਓਗੇ ਦੈਨ ਮੇਰੇ ਤੇ ਹਾਰਮ ਹੋ ਜਾਏਗਾ। ਮੈਂ ਕਨੈਕਸ਼ਨ ਤੋੜ ਦੂੰਗੀ, ਸਾਰਿਆਂ ਨੂੰ ਸਿਸਟਮ ਨੂੰ ਖਰਾਬ ਕਰ ਦੂੰਗੀ। ਠੀਕ ਹੈ, ਸੋ ਇਸ ਤਰ੍ਹਾਂ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਇਹ ਇੱਕ ਦੂਜੇ ਨੂੰ ਇਨਫਲੂਐਂਸ ਕਰਦਾ ਹੈਗਾ। ਐਬਿਲਿਟੀ ਆਫ ਇਨਫਲੂਐਂਸ ਟੂ ਈਚ ਅਦਰ, ਮਤਲਬ ਇਹ ਕੋਈ ਇੰਨੀ ਐਬਿਲਿਟੀ ਹੈਗੀ ਆ ਸਿਸਟਮ ਦੇ ਕੋਲ ਕਿ ਇਹ ਸਿਸਟਮ ਇੱਕ ਦੂਜੇ ਨੂੰ ਪ੍ਰਭਾਵਿਤ ਕਰਦਾ ਵਾ। ਤੁਹਾਡਾ ਸਿਸਟਮ ਮੈਨੂੰ ਪ੍ਰਭਾਵਿਤ ਕਰਦਾ ਹੈ, ਦੇਖੋ ਕਦੇ ਸਟੂਡੈਂਟ 9 ਹੋ ਜਾਂਦੇ, ਕਦੇ 10 ਹੋ ਜਾਂਦੇ, ਮੈਂ ਇਨਫਲੂਐਂਸ ਹੁੰਨੀ, ਮੈਂ ਪ੍ਰਭਾਵਿਤ ਹੁੰਨੀ ਇਸ ਚੀਜ਼ ਦੇ ਨਾਲ, ਕਿਉਂਕਿ ਸਿਸਟਮ ਦੇ ਨਾਲ ਅਸੀਂ ਕਨੈਕਟਡ ਹੈਗੇ ਆ ਤੇ ਇੱਕ ਸਿਸਟਮ ਦੂਜੇ ਸਿਸਟਮ ਨੂੰ ਪ੍ਰਭਾਵਿਤ ਕਰਦਾ। ਇਹ ਸਿਸਟਮ ਹੈਜ਼ ਇਟਸ ਓਨ ਬਾਉਂਡਰੀ, ਕਹਿੰਦੇ ਹਰੇਕ ਸਿਸਟਮ ਦੀਆਂ ਆਪਣੀਆਂ ਬਾਉਂਡਰੀ ਹੁੰਦੀਆਂ ਨੇ। ਹਰੇਕ ਸਿਸਟਮ ਦੀਆਂ ਬਾਉਂਡਰੀ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ, ਹੁਣ ਤੁਸੀਂ ਦੇਖੋ ਮੇਰਾ ਜਿਹੜਾ ਕੰਮ ਆ ਨਾ ਮੈਂ ਆਪਣੀ ਸੀਮਾ ਦੇ ਅੰਡਰ ਹੀ ਕਰ ਸਕਦੀ ਹਾਂ। ਜਿੱਦਾਂ ਮੈਨੂੰ ਜਿੰਨਾ ਟਾਈਮ ਪੀਰੀਅਡ ਮਿਲਿਆ ਵਾ ਮੈਂ ਉਸ ਦੇ ਅਕੋਰਡਿੰਗ ਉਨੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਕੰਮ ਕਰਵਾ ਸਕਦੀ ਹਾਂ, ਜ਼ਿਆਦਾ ਲੈ ਨਹੀਂ ਸਕਦੀ ਹੈਗੀ। ਉਸ ਤੋਂ ਬਾਅਦ ਇਹ ਸਿਸਟਮ ਹੈਜ਼ ਅ ਸਬ ਸਿਸਟਮ, ਕਹਿੰਦੇ ਇੱਕ ਸਿਸਟਮ ਦੇ ਗਾਂ ਨੈਕਸਟ ਸਿਸਟਮ ਹੁੰਦੇ ਆ। ਠੀਕ ਹੈ, ਉਸ ਤੋਂ ਬਾਅਦ ਹੈ ਐਵਰੀ ਸਿਸਟਮ ਹੈਜ਼ ਅ ਫੀਚਰਸ ਆਫ ਦਾ ਹੋਲਨੈਸ, ਕਹਿੰਦੇ ਕਿ ਹਰ ਪ੍ਰਣਾਲੀ ਵਿੱਚ ਸੰਪੂਰਨਤਾ ਦਾ ਗੁਣ ਹੁੰਦਾ ਹੈ। ਇੱਕ ਸਿਸਟਮ ਆਪਣੇ ਵਿੱਚ ਪਰਫੈਕਟ ਹੁੰਦਾ ਹੈ। ਠੀਕ ਹੈ ਨਾ, ਹਾਂ ਤੁਸੀਂ ਉਸ ਸਿਸਟਮ ਨੂੰ ਖਰਾਬ ਕਰ ਦੋ ਗੱਲ ਵੱਖਰੀ ਹੈ। ਕਹਿੰਦੇ ਐਵਰੀ ਸਿਸਟਮ ਹੈਜ਼ ਅ ਐਬਿਲਿਟੀ ਟੂ ਵਰਕ ਐਜ਼ ਅ ਯੂਨਿਟ, ਮਤਲਬ ਕੀ ਕਹਿੰਦੇ ਹਰ ਪ੍ਰਣਾਲੀ ਵਿੱਚ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਮਤਲਬ ਹਰ ਸਿਸਟਮ ਜਿਹੜਾ ਹੈਗਾ ਵਾ ਇੱਕ ਐਬਿਲਿਟੀ ਇੱਕ ਸਿਸਟਮ ਦੇ ਅੰਡਰ ਕੰਮ ਕਰਦਾ ਵਾ। ਹੁਣ ਤੁਹਾਨੂੰ ਕੁਐਸਚਨ ਆ ਜਾਂਦਾ ਹੈਗਾ ਕਿ ਵਾਟ ਇਜ਼ ਦ ਮੀਨਿੰਗ ਆਫ ਅ ਪੋਲੀਟੀਕਲ ਸਾਇੰਸ। ਏਦਾਂ ਨਹੀਂ ਲਿਖ ਦੇਣਾ ਜੀ ਪੋਲੀਟੀਕਲ ਸਾਇੰਸ ਦਾ ਆ ਮਤਲਬ ਆ। ਪੋਲੀਟੀਕਲ ਦਾ ਮਤਲਬ ਵੱਖਰਾ ਦੇਣਾ ਵਾ, ਸਿਸਟਮ ਦਾ ਮਤਲਬ ਤੁਸੀਂ ਵੱਖਰਾ ਦੇਣਾ ਹੈਗਾ ਵਾ, ਕਿਉਂਕਿ ਪੋਲੀਟੀਕਲ ਤੇ ਸਾਇੰਸ, ਪੋਲੀਟੀਕਲ ਤੇ ਸਿਸਟਮ ਦੋਵੇਂ ਵੱਖਰੇ ਵੱਖਰੇ ਮੀਨਿੰਗ ਹੈਗੇ ਆ। ਠੀਕ ਹੈ, ਸਿਸਟਮ ਇੱਕ ਦੂਜੇ ਨਾਲ ਕਨੈਕਟਡ ਹੈ, ਪੋਲੀਟੀਕਲ ਦੇ ਕੋਲ ਏਦਾਂ ਦੀ ਪਾਵਰ ਹੈਗੀ ਆ ਜਿਹਦੇ ਵਿੱਚ ਉਹ ਤੁਹਾਡੇ ਕੋਲ ਜ਼ਬਰਦਸਤੀ ਕੋਈ ਰੂਲ ਮਨਵਾ ਸਕਦਾ ਹੈਗਾ। ਜਿੱਦਾਂ ਮੈਂ ਬੋਲਿਆ ਸੀ ਤੁਹਾਡੇ ਪੀਐਮ ਜਿਹੜੇ ਹੈਗੇ ਨੇ ਕੋਈ ਵੀ ਰੂਲ ਬਣਾਉਣਗੇ ਬਿਕੋਜ਼ ਉਹਨਾਂ ਕੋਲ ਪਾਵਰ ਹੈ, ਉਹਨਾਂ ਕੋਲ ਪੋਜੀਸ਼ਨ ਹੈ, ਉਹ ਰੂਲ ਬਣਾ ਸਕਦੇ ਨੇ। ਉਹ ਕੋਈ ਵੀ ਰੂਲ ਬਣਾਉਣਗੇ ਤੁਹਾਨੂੰ ਫੋਲੋ ਕਰਨੇ ਹੀ ਪੈਣਗੇ, ਉਹਨੂੰ ਬੋਲਿਆ ਜਾਂਦਾ ਪੋਲੀਟੀਕਲ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਆਂਦਾ ਹੈਗਾ ਵਾ ਕਹਿੰਦੇ ਡੈਫੀਨੇਸ਼ਨ ਆਫ ਅ ਪੋਲੀਟੀਕਲ ਸਿਸਟਮ। ਮੈਂ ਤੁਹਾਨੂੰ ਹੁਣੀ ਪੋਲੀਟੀਕਲ ਵੀ ਕਰਵਾ ਕੇ ਹਟੀਆਂ, ਸਿਸਟਮ ਵੀ ਕਰਵਾ ਕੇ ਹਟੀਆਂ। ਪੋਲੀਟੀਕਲ ਦੇ ਵਿੱਚ ਮੈਂ ਬਹੁਤ ਸਾਰੀਆਂ ਐਗਜ਼ਾਮਪਲ ਕਰਵਾਈਆਂ ਸੀ, ਉਹੀ ਐਗਜ਼ਾਮਪਲ ਜਿਹੜੀਆਂ ਹੈਗੀਆਂ ਤੁਸੀਂ ਦੁਬਾਰਾ ਰਾਈਟ ਡਾਊਨ ਕਰ ਸਕਦੇ ਹੋ। ਡਿਫਰੈਂਟ ਜਿਹੜੀਆਂ ਹੈਗੀਆਂ ਨੇ ਉਸਨੂੰ ਕਰਨ ਦੀ ਕੋਸ਼ਿਸ਼ ਨਾ ਕਰਨਾ ਕਿ ਮੈਂ ਇਹਦੇ ਲਈ ਵੱਖਰੀਆਂ ਕੁਝ ਯਾਦ ਕਰ ਲਵਾਂਗਾ। ਠੀਕ ਹੈ, ਸੋ ਇਸ ਤਰ੍ਹਾਂ ਦਾ ਕੁਝ ਨਾ ਕਰਨਾ। ਨੈਕਸਟ ਹੈ ਬੇਟਾ ਜਿਹੜਾ ਤੁਹਾਨੂੰ ਮੇਨ ਕੁਐਸਚਨ ਆਣਾ ਹੈਗਾ ਵਾ, ਰਾਈਟ ਡਾਊਨ ਪਲੀਜ਼, characteristics of a political system। क्वेश्चन ਤੁਹਾਨੂੰ ਇਦਾਂ ਵੀ ਆ ਸਕਦਾ ਹੈ ਕਿ ਮੇਨ ਐਲੀਮੈਂਟਸ ਆਫ ਪੋਲੀਟੀਕਲ ਸਿਸਟਮ, ਮਤਲਬ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦਵੋ, ਜਾਂ ਫਿਰ ਕੁਐਸਚਨ ਇਦਾਂ ਵੀ ਆ ਸਕਦਾ ਹੈ ਕਿ ਰਾਜਨੀਤਿਕ ਪ੍ਰਣਾਲੀ ਦੇ ਮੁੱਖ ਤੱਤ ਕਿਹੜੇ ਨੇ। ਠੀਕ ਹੈ, ਪੋਲੀਟੀਕਲ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਦੇਣੀਆਂ ਨੇ ਹੁਣ ਅਸੀਂ। ਓਕੇ ਬੇਟਾ, ਚਲੋ ਕੁਐਸਚਨ ਸਟਾਰਟ ਕਰਦੇ ਹੈਗੇ ਆ। ਪ੍ਰੈਜ਼ੀਡੈਂਟ ਪੈਟਰਨ ਆਫ ਏ ਹਿਊਮਨ ਰਿਲੇਸ਼ਨਸ਼ਿਪ, ਕਹਿੰਦੇ ਕਿ ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ। ਠੀਕ ਹੈ, ਤੁਸੀਂ ਦੇਖੋ ਕਿ ਆਪਾਂ ਕੀ ਕਰ ਰਹੇ ਹਾਂ, ਹਿਊਮਨ ਰਿਲੇਸ਼ਨਸ਼ਿਪ। ਕਹਿੰਦੇ ਕਿ ਜਿਹੜਾ ਸਾਡਾ ਪੋਲੀਟੀਕਲ ਸਾਇੰਸ ਹੈ ਨਾ, ਕਹਿੰਦੇ ਹਿਊਮਨ ਦਾ ਇੱਕ ਕਿਸਮ ਦਾ ਰਿਲੇਸ਼ਨਸ਼ਿਪ ਹੈਗਾ ਵਾ। ਹਿਊਮਨ ਦਾ ਰਿਲੇਸ਼ਨਸ਼ਿਪ ਕਿੱਦਾਂ, ਕਹਿੰਦੇ ਕੋਈ ਵੀ ਅੱਜ ਹਿਊਮਨ ਬੀਇੰਗ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਦੇ ਕੋਲੋਂ ਵੱਖਰੇ ਹੋ ਕੇ ਨਹੀਂ ਚੱਲ ਸਕਦਾ ਹੈਗਾ। ਜੇ ਮੈਂ ਇਹ ਕਹਿ ਦੇਵਾਂ ਕਿ ਮੈਂ ਪੋਲੀਟੀਕਲ ਤੋਂ ਵੱਖਰੀ ਹੋ ਕੇ ਚੱਲਣਾ ਤੇ ਮੈਂ ਨਹੀਂ ਚੱਲ ਸਕਦੀ। ਠੀਕ ਹੈ, ਕਿਉਂ ਨਹੀਂ ਚੱਲ ਸਕਦੀ, ਕਿਉਂਕਿ ਪੋਲੀਟੀਕਲ ਦੀ ਜ਼ਰੂਰਤ ਤੋਂ ਪੈਣੀ ਹੀ ਪੈਣੀ ਹੈ। ਸੋ ਅਸੀਂ ਕਵਾਂਗੇ ਅਸੀਂ ਡਾਇਰੈਕਟ ਜਾਂ ਇਨਡਾਇਰੈਕਟ ਬੇਸਿਸ ਦੇ ਨਾਲ ਪੋਲੀਟੀਕਲ ਦੇ ਨਾਲ ਜੁੜੇ ਹੀ ਹੋਏ ਆ। ਫੋਰ ਐਗਜ਼ਾਮਪਲ ਮੈਂ 18 ਸਾਲ ਦੀ ਹੋ ਜਾਂਦੀ ਆ
ਤੇ ਮੈਨੂੰ ਵੋਟ ਦੇਣ ਦਾ ਅਧਿਕਾਰ ਵੀ ਚਾਹੀਦਾ ਹੈਗਾ ਵਾ। ਚਲੋ ਜੇ ਮੈਂ 18 ਸਾਲ ਦੀ ਨਹੀਂ ਵੀ ਹੁੰਦੀ, ਮੈਨੂੰ ਆਧਾਰ ਕਾਰਡ ਚਾਹੀਦਾ, ਮੈਨੂੰ ਐਡਮਿਸ਼ਨ ਕਿਸੇ ਜਗ੍ਹਾ ਤੇ ਤਾਂ ਮਿਲਣੀ ਜੇ ਮੇਰੇ ਕੋਲ ਆਧਾਰ ਕਾਰਡ ਆ। ਤੁਸੀਂ ਵੀ ਇੱਥੇ ਐਡਮਿਸ਼ਨ ਕਰਵਾਉਣ ਗਏ ਹੋਵੋਗੇ ਨਾ, ਤੁਹਾਡੇ ਕੋਲ ਕੁਝ ਹੋਰ ਨਹੀਂ ਲਿਆ ਮੇਰੇ ਖਿਆਲ ਨਾਲ ਉਹਨਾਂ ਨੇ। ਨਾਮ ਤੁਹਾਨੂੰ ਤੁਹਾਡੇ ਪਹਿਲਾਂ ਹੀ ਪਤਾ ਵਾ, ਫਾਦਰ ਨੇਮ ਮਦਰ ਨੇਮ ਪਹਿਲਾਂ ਹੀ ਪਤਾ ਵਾ, ਨੰਬਰ ਤੁਹਾਨੂੰ ਆਪਣਾ ਰਟਿਆ ਪਿਆ ਵਾ ਜਿਹੜਾ ਤੁਸੀਂ ਉੱਥੇ ਲਿਖਣਾ ਹੁੰਦਾ, ਈਮੇਲ ਆਈਡੀ ਤਾਂ ਤੁਹਾਨੂੰ ਪੂਰੀ ਰਟੀ ਪਈ ਹੈ, ਠੀਕ ਹੈ। ਤੇ ਕੀ ਚਾਹੀਦਾ ਹੁੰਦਾ ਤੁਹਾਨੂੰ? ਤੁਹਾਡੇ ਆਧਾਰ ਕਾਰਡ ਦਾ ਨੰਬਰ, ਜਿਹਦੇ ਲਈ ਤੁਸੀਂ ਸਪੈਸ਼ਲ ਆਧਾਰ ਕਾਰਡ ਲੈ ਕੇ ਜਾਂਦੇ ਹੋ। ਤੁਹਾਨੂੰ ਉਹਦੇ ਡਿਜਿਟ ਵੀ ਨਹੀਂ ਯਾਦ ਹੋਣੇ ਮੇਰੇ ਹਿਸਾਬ ਨਾਲ, ਤਾਂ ਉਹ ਦੇਖ ਦੇਖ ਕੇ ਲਿਖਦੇ ਹੋਣੇ ਆ ਤੁਸੀਂ, ਹੈ ਨਾ। ਚਲੋ ਖੈਰ, तो ਆਪਾਂ ਕੀ ਕਰਦੇ ਹੈਗੇ, ਆਪਾਂ ਉਹਦੇ ਵਿੱਚ ਇਹ ਕਰਨਾ ਹੈਗਾ ਵਾ ਕਿ ਅਸੀਂ ਡਾਇਰੈਕਟ ਇਨਡਾਇਰੈਕਟ ਬੇਸਿਸ ਦੇ ਨਾਲ ਪੋਲੀਟੀਕਲ ਦੇ ਨਾਲ ਜੁੜੇ ਹੋਏ ਹੁੰਨੇ ਆ, ਕਨੈਕਟਡ ਹੁੰਨੇ ਆ। ਅਸੀਂ ਪੋਲੀਟੀਕਲ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਕਰ ਸਕਦੇ, ਠੀਕ ਹੈ। ਕਹਿੰਦੇ ਕਿ ਹਿਊਮਨ ਬੀਇੰਗ ਦਾ ਰਿਲੇਸ਼ਨ ਜਿਹੜਾ ਹੈਗਾ ਵਾ ਇਸ ਦੇ ਨਾਲ ਕਨੈਕਟਡ ਹੁੰਦਾ ਵਾ, ਠੀਕ ਹੈ। ਕਹਿੰਦੇ ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ ਨੇ? ਕਿਉਂਕਿ ਪਾਵਰ, ਪੋਜੀਸ਼ਨ ਤੇ ਰੂਲ ਕਹਿੰਦੇ ਇਹਨਾਂ ਨੂੰ ਇਨਫਲੂਐਂਸ ਕਰਦੇ ਆ, ਪ੍ਰਭਾਵਿਤ ਕਰਦੇ ਆ, ਠੀਕ ਹੈ। ਉਸ ਤੋਂ ਬਾਅਦ ਹੈਗਾ ਯੂਜ਼ ਆਫ ਲੈਜਿਟਿਮੇਟ ਫਿਜ਼ੀਕਲ ਫੋਰਸ, ਕਹਿੰਦੇ ਉਚਿਤਤਾਪੂਰਨ ਜਬਰੀ ਸ਼ਕਤੀ ਦਾ ਪ੍ਰਯੋਗ, ਠੀਕ ਹੈ। ਹੁਣ ਤੁਸੀਂ ਦੇਖੋ ਮੈਂ ਕੀ ਬੋਲਿਆ, ਯੂਜ਼ ਮਤਲਬ ਕਿ ਇਹ ਚੀਜ਼ਾਂ ਇਹ ਯੂਜ਼ ਕਰਦੇ ਹੋਣਗੇ। ਕਿਹੜੀ ਪਾਵਰ? ਲੈਜਿਟਿਮੇਟ ਫਿਜ਼ੀਕਲ ਫੋਰਸ, ठीक है, जबरी शक्ति दा प्रयोग। हुण तुसी आप ही मान के चलो, जबरी मतलब जबरदस्ती वाली, है ना। तो पॉलिटिशियन दे ह्यूमन बीइंग की करदे ने? जबरदस्ती वाली शक्ति तो प्रयोग करवांदे ने ना। हुण लॉकडाउन इन्ने टाइम तो लगा, असीं फ्रस्ट्रेट हो गए, स्कूल कॉलेजेस इन्ने टाइम तो बंद, असीं फ्रस्ट्रेट हो गए। हुण सानू की हैगा वा, ओपन छोड़ दो सानू, लेकिन साडे पीएम दे कोल इदां दी पावर है, ਜਦੋਂ ਤੱਕ ਉਹ ਨਹੀਂ ਕਹਿੰਦੇ ਉਦੋਂ ਤੱਕ ਸਾਡਾ ਕੁਝ ਵੀ ਓਪਨ ਨਹੀਂ ਹੋਣਾ। ਮਤਲਬ ਉਹਨਾਂ ਦੇ ਕੋਲ ਕਿਹੜੀ ਪਾਵਰ ਹੈ? ਲੈਜਿਟਿਮੇਟ ਫਿਜ਼ੀਕਲ ਫੋਰਸ, ਜ਼ਬਰਦਸਤੀ ਵਾਲੀ ਪਾਵਰ ਹੈ ਕਿ ਸਾਡਾ ਨਹੀਂ ਵੀ ਰੂਲ ਨੂੰ ਮੰਨਣ ਨੂੰ ਦਿਲ ਕਰਦਾ, ਅਸੀਂ ਤਾਂ ਵੀ ਮੰਨਾਂਗੇ, ਬਿਕੋਜ਼ ਨਾ ਮੰਨਣ ਦੇ ਉੱਤੇ ਪਨਿਸ਼ਮੈਂਟ ਮਿਲੇਗੀ, ਹੈ ਨਾ। ਸੋ ਅਸੀਂ ਕਵਾਂਗੇ ਕਿ ਇਹ ਜਿਹੜੀ ਪਾਵਰ ਹੈਗੀ ਆ, ਇਹ ਸਭ ਤੋਂ ਹਾਈ ਲੈਵਲ ਦੀ ਪਾਵਰ ਹੈਗੀ ਆ, ਜਿਹਦੇ ਕੋਲ ਵੀ ਲੈਜਿਟਿਮੇਸੀ ਪਾਵਰ ਹੁੰਦੀ ਆ, ਹਾਈ ਲੈਵਲ ਦੀ ਪਾਵਰ ਹੁੰਦੀ ਆ, ਜਿਹਦੇ ਅਕੋਰਡਿੰਗ ਉਹ ਦੂਸਰੇ ਹਿਊਮਨ ਬੀਇੰਗ ਦੇ ਕੋਲ ਕਿਸੇ ਵੀ ਤਰ੍ਹਾਂ ਦੇ ਰੂਲ ਜਿਹੜੇ ਹੈਗੇ ਆ ਮਨਵਾ ਸਕਦੇ ਹੈਗੇ ਆ। ਤੇ ਜੇ ਆਪਾਂ ਇਹਨਾਂ ਨੂੰ ਨਹੀਂ ਮੰਨਾਂਗੇ ਤੇ ਦੈਨ ਸਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ। ਮੈਕਸ ਵੈਬਰ ਦੀ ਇੱਕ ਐਗਜ਼ਾਮਪਲ ਹੈਗੀ ਆ, ਜਿਹੜੀ ਤੁਸੀਂ ਲਿਖ ਲਓ, ਐਗਜ਼ਾਮਪਲ ਦੇ ਡੈਫੀਨੇਸ਼ਨ ਹੈਗੀ ਆ, ਉਹ ਤੁਸੀਂ ਰਾਈਟ ਡਾਊਨ ਕਰ ਲਓ, ਬਿਕੋਜ਼ ਤੁਸੀਂ ਇਸ ਨੂੰ ਲਿਖ ਸਕਦੇ ਹੈਗੇ ਹੋ ਜਦੋਂ ਤੁਸੀਂ ਡੈਫੀਨੇਸ਼ਨਸ ਦੇਣੀ ਹੈ। ਲੈਜਿਟਿਮੇਟ ਫੋਰਸ ਇਜ਼ ਅ ਥ੍ਰੈਡ that run toward the action of a physical system, giving its a special quality and the importance for the coordinates as a system। मतलब कि उच्चतापूर्ण शक्ति ਉਹ ਧਾਗਾ ਹੈ ਜੋ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਵਿੱਚ ਹੁੰਦਾ ਹੈ। ਮਤਲਬ ਕਿ ਉਚਿਤਪੂਰਨ ਲੈਜਿਟਿਮੇਸੀ ਫੋਰਸ ਇੱਕ ਇਸ ਤਰ੍ਹਾਂ ਦਾ ਫੋਰਸ ਹੈਗਾ ਵਾ, ਇੱਕ ਕਿਸਮ ਦਾ ਥ੍ਰੈਡ ਹੈਗਾ ਵਾ, ਜਿਹਦੇ ਵਿੱਚ ਸਭ ਚੀਜ਼ਾਂ ਆ ਜਾਂਦੀਆਂ ਨੇ। ਤੁਸੀਂ ਥ੍ਰੈਡ ਇੱਕ ਕਿਸਮ ਦਾ ਲੈ ਲਓ, ਥ੍ਰੈਡ ਦੇ ਵਿੱਚ ਤੁਸੀਂ ਨਾ ਕੋਈ ਕਹਿ ਲਓ ਕਿ ਮੋਤੀ ਸਮਝਦੇ ਹੋ ਨਾ, ਮੋਤੀ ਦਾ ਅਗਰ ਪਤਾ ਹੋਏਗਾ ਤੁਹਾਨੂੰ, ਤੁਸੀਂ ਉਹਦੇ ਵਿੱਚ ਪਾਣੇ ਹੈਗੇ ਆ, ਠੀਕ ਹੈ। ਥ੍ਰੈਡ ਇੱਕ ਕਿਸਮ ਦਾ ਕੀ ਆ? ਪੋਲੀਟੀਕਲ। ਜਦੋਂ ਤੁਸੀਂ ਉਹਦੇ ਵਿੱਚ ਮੋਤੀ ਪਾਉਂਦੇ ਪਏ ਹੈਗੇ ਨਾ, ਤੁਸੀਂ ਮੋਤੀਆਂ ਨੂੰ ਕੀ ਸਮਝਣਾ ਹੈਗਾ ਵਾ ਕਿ ਉਹ ਜਿਹੜੇ ਮੋਤੀ ਹੈਗੇ ਨੇ ਇਹ ਕੰਮ ਹੈਗੇ ਨੇ, ਠੀਕ ਹੈ। ਤੇ ਮੋਤੀ ਅਗਰ ਹੈਗੇ ਨੇ, ਉਹਨਾਂ ਦੇ ਕੰਮ ਹੈਗੇ ਨੇ, ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਮੋਤੀ ਸਾਨੂੰ ਕੀ ਕਹਿੰਦੇ ਨੇ ਕਿ ਤੁਸੀਂ ਲਾਈਨ ਦੇ ਵਿੱਚ ਰਹਿਣਾ ਵਾ, ਇਕਸਾਰਤਾ ਵਿੱਚ ਰਹਿਣਾ ਵਾ, ਠੀਕ ਹੈ। ਇਹਨਾਂ ਵਿੱਚ ਰਹਿ ਕੇ ਤੁਸੀਂ ਆਪਣੇ ਸਿਸਟਮ ਨੂੰ ਚਲਾਉਣਾ ਹੈਗਾ ਵਾ, ਠੀਕ ਹੈ। ਅਗਰ ਅਸੀਂ ਮੋਤੀ ਤੋਂ ਆਪਣੀ ਯਾਨੀ ਕਿ ਸੂਈ ਤੋਂ ਇੱਧਰ ਉੱਧਰ ਹੋ ਜਾਵਾਂਗੇ, ਇੱਧਰ ਉੱਧਰ ਗਿਰ ਜਾਵਾਂਗੇ, ਇਹਦਾ ਮਤਲਬ ਹੈਗਾ ਵਾ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ, ਕਿਉਂਕਿ ਇਕਸਾਰਤਾ ਖਤਮ ਹੋ ਜਾਏਗੀ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕੰਪਰੀਹੈਂਸਿਵਨੈਸ, ਕਹਿੰਦੇ ਵਿਆਪਕਤਾ। ਕਹਿੰਦੇ ਕਿ ਇਹ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ ਨਾ, ਬਹੁਤ ਜ਼ਿਆਦਾ ਕੰਪਰੀਹੈਂਸਿਵ ਹੈ, ठीक है। कॉम्प्रीहेंसिवनेस से अगर इसको बोल देंगे हैं तो कहते कि बहुत ज्यादा व्यापक है। व्यापक मतलब विशाल हैगा। कहते हुण तुसीं इन्हां चीज़ां नूं याद रखना, मैं दोबारा कदे नहीं दसनियां हैगियां, सो इसनूं याद रखना हैगा। कहते कि ना सिर्फ इहदे विच गवर्नमेंट दे ओहदे 3 पार्ट्स, हुण गवर्नमेंट दे ओहदे 3 पार्ट तो तुहानूं पता ही होएगा ना, किहड़े हुंदे आ? लैजिस्लेचर, एग्जीक्यूटिव, जुडिशरी सिस्टम, ओहदे पार्ट ने ना गवर्नमेंट दे। तो कहते ना सिर्फ पॉलिटिकल सिस्टम दे विच
ਗਵਰਨਮੈਂਟ ਦੇ 3 ਪਾਰਟਸ ਬਲਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡਾਇਰੈਕਟ ਔਰ ਇਨਡਾਇਰੈਕਟ ਸਾਡੇ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕਰਦੀਆਂ ਨੇ, ਸਾਡੀ ਲਾਈਫ ਨੂੰ ਇਨਫਲੂਐਂਸ ਕਰਦੀਆਂ ਨੇ। ਕਹਿੰਦੇ ਡਾਇਰੈਕਟ ਔਰ ਇਨਡਾਇਰੈਕਟ ਬੇਸਿਸ ਦੇ ਨਾਲ ਜਿਹੜੀਆਂ ਪੋਲੀਟੀਸ਼ੀਅਨਸ ਨੂੰ ਇਫੈਕਟ ਕਰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਪੋਲੀਟੀਕਲ ਸਿਸਟਮ ਦੇ ਵਿੱਚ ਐਡ ਹੁੰਦੀਆਂ ਨੇ। ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਪੋਲੀਟੀਕਲ ਸਿਸਟਮ ਕੀ ਹੈ, ਤੁਸੀਂ ਕਹਿਣਾ ਜੀ ਉਹਦੇ ਵਿੱਚ ਗਵਰਨਮੈਂਟ ਐਡ ਹੁੰਦੀ ਆ। ਚਲੋ ਜੀ, ਗਵਰਨਮੈਂਟ ਦੇ ਪਾਰਟ ਐਡ ਹੁੰਦੇ ਆ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ, ਜਿਸ ਨੂੰ ਤੁਸੀਂ ਬੋਲ ਦਿੰਦੇ ਹੋ ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ ਸਿਸਟਮ। ਤੇ ਨਾਲ ਤੁਸੀਂ ਇਹ ਵੀ ਬੋਲਣਾ ਹੈਗਾ ਵਾ ਕਿ ਨਾ ਸਿਰਫ ਗਵਰਨਮੈਂਟ ਤੇ ਉਹਦੇ 3 ਪਾਰਟਸ, ਬਲਕਿ ਨਾ ਸਿਰਫ ਫਾਰਮਲ ਥਿੰਗਸ ਬਲਕਿ ਇਨਫਾਰਮਲ ਥਿੰਗਸ। ਇਨਫਾਰਮਲ ਥਿੰਗਸ ਦਾ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਡਾਇਰੈਕਟ ਬੇਸਿਸ ਦੇ ਨਾਲ ਇਨਫਲੂਐਂਸ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਕਿਹਨੂੰ ਪ੍ਰਭਾਵਿਤ ਕਰਦੀਆਂ ਨੇ ਪੁੱਤਰ? ਪੋਲੀਟੀਕਲ ਨੂੰ ਪ੍ਰਭਾਵਿਤ ਕਰਦੀਆਂ ਨੇ। ਉਹ ਵੀ ਸਾਰੀਆਂ ਚੀਜ਼ਾਂ ਵਿੱਚ ਐਡ ਕੀਤੀਆਂ ਜਾਂਦੀਆਂ ਨੇ। ਉਹਨੂੰ ਬੋਲਿਆ ਜਾਂਦਾ, ਇਸ ਲਈ ਬੋਲਿਆ ਜਾਂਦਾ ਹੈ ਕਿ ਪੋਲੀਟੀਕਲ ਸਿਸਟਮ ਇੱਕ ਕੰਪਰੀਹੈਂਸਿਵਨੈਸ ਹੈ। ਕੰਪਰੀਹੈਂਸਿਵਨੈਸ ਦਾ ਮਤਲਬ ਬਹੁਤ ਜ਼ਿਆਦਾ ਵਿਆਪਕ ਹੈ, ਇਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਐਡ ਹੋ ਜਾਂਦੀਆਂ ਹੈਗੀਆਂ ਨੇ। ਠੀਕ ਹੈ, ਫਿਰ ਤੁਹਾਡੇ ਦਿਮਾਗ 'ਚ ਆਏਗਾ ਠੀਕ ਹੈ ਜੀ, ਐਡ ਹੋ ਜਾਂਦੀਆਂ ਨੇ। ਤੁਸੀਂ ਕਹਿਤਾ ਫਾਰਮਲ ਚੀਜ਼ਾਂ ਤਾਂ ਤੁਸੀਂ ਦੱਸਦੀਆਂ, ਗਵਰਨਮੈਂਟ ਤੇ ਉਹਦੇ 3 ਪਾਰਟ ਦੱਸਦੇ ਆ। ਇਨਫਾਰਮਲ ਚੀਜ਼ਾਂ ਤੁਸੀਂ ਕਹਿ ਦਿੱਤਾ ਹੈਗਾ ਵਾ ਕਿ ਹਾਂ ਮਤਲਬ ਇਨਡਾਇਰੈਕਟ ਬੇਸਿਸ ਦੇ ਨਾਲ ਜਿਹੜੀਆਂ ਚੀਜ਼ਾਂ ਪੋਲਿਟਿਕਸ ਨੂੰ ਪ੍ਰਭਾਵਿਤ ਕਰਦੀਆਂ ਨੇ, ਇਨਫਲੂਐਂਸ ਕਰਦੀਆਂ ਨੇ, ਤੇ ਉਹ ਕਿਹੜੀਆਂ ਨੇ? ਇਹ ਵੀ ਆਏਗਾ ਨਾ ਕਿ ਫਾਰਮਲ ਦੇ ਵਿੱਚੋਂ ਤਾਂ ਗਵਰਨਮੈਂਟ ਦੇ 3 ਪਾਰਟ ਆ ਗਏ। ਹੁਣ ਇਨਫਾਰਮਲ 'ਚ ਅਸੀਂ ਕਿਹੜੀਆਂ ਚੀਜ਼ਾਂ ਲਿਖ ਲਈਏ? ਹੁਣ ਤੁਸੀਂ ਦੇਖੋ, ਤੁਸੀਂ ਲਿਖਣਾ ਹੈਗਾ ਕਿਨਸ਼ਿਪ। ਕਿਨਸ਼ਿਪ ਦਾ ਮਤਲਬ ਤੁਸੀਂ ਇਹ ਮੰਨ ਕੇ ਚੱਲੋ ਜਿੱਦਾਂ ਹੈਗਾ ਵਾ ਰਿਸ਼ਤੇਦਾਰੀਆਂ। ਆਪਾਂ ਕਹਿੰਦੇ ਨਾ ਬਲੱਡ ਰਿਲੇਸ਼ਨ ਇਹ ਉਹ ਫਲਾਨ, ਹੈ ਨਾ, ਤਾਂ ਕਿਨਸ਼ਿਪ ਆ ਜਾਂਦੇ ਨੇ, ਕਾਸਟ ਗਰੁੱਪ ਆ ਜਾਂਦਾ ਵਾ, ਮਰਡਰ ਆ ਜਾਂਦਾ। ਹੁਣ ਤੁਸੀਂ ਕਿਸੇ ਦਾ ਮਰਡਰ ਕਰ ਲਓ, ਤੁਹਾਨੂੰ ਘਰ ਦੇ ਮੈਂਬਰਾਂ ਨੇ ਥੋੜੀ ਨਾ ਸਜ਼ਾ ਦੇਣੀ ਆ, ਪੋਲੀਟੀਸ਼ੀਅਨ ਨੇ ਦੇਣੀ ਹੈ। ਠੀਕ ਹੈ, ਪੋਲੀਟੀਸ਼ੀਅਨ ਨੇ ਜਿੱਦਾਂ ਦਾ ਬੰਦੇ ਨੇ ਰੂਲ ਬਣਾਇਆ ਹੋਊਗਾ ਕਿ ਆਹ ਕ੍ਰਾਈਮ ਕਰਨ ਤੇ ਆਹ ਸਜ਼ਾ ਮਿਲਦੀ ਹੈਗੀ ਹੈ, ਤਾਂ ਉਸ ਦੇ ਅਕੋਰਡਿੰਗ ਸਜ਼ਾ ਦੇ ਦੇਣਗੇ। ਉਸ ਤੋਂ ਬਾਅਦ ਰਾਈਟਸ, ਜਿੱਦਾਂ ਦੰਗੇ ਕਰ ਲਓ ਤੁਸੀਂ। ਠੀਕ ਹੈ, पॉलिटिकल पार्टी बना लो, प्रेशर ग्रुप बना लो, रिलीजियस ग्रुप बना लो, कल्चरल ऑर्गेनाइजेशंस बना लो। ये सारियां इनफॉर्मल थिंग्स ने। इनफॉर्मल मतलब इन्हां दा डायरेक्ट पॉलिटिकल दे नाल संबंध नहीं हुंदा, ये इनडायरेक्ट बेसिस दे नाल तुसी लोग सारियां चीजां करदे हो। मर्डर तुसी लोग अगर करदे हो, राइट्स दंगे तुसी लोग करदे हैगे हो, किनशिप रिलेशन कोई तुहाडा वा, कास्ट ग्रुप कोई तुसी बनाया वा, पॉलिटिकल ग्रुप कोई तुसी बनाया वा, पॉलिटिकल ऑर्गेनाइजेशन तुसी कोई बनाई हैगी है, प्रेशर ग्रुप कोई तुसी बनाया हैगा वा। ਇਹਦਾ ਮਤਲਬ ਕੀ ਹੈਗਾ ਵਾ? ਇਹਦਾ ਮਤਲਬ ਹੈ ਕਿ ਇਨਡਾਇਰੈਕਟ ਬੇਸਿਸ ਦੇ ਨਾਲ ਤੁਸੀਂ ਕੋਈ ਕੰਮ ਕਰਦੇ ਹੋ, ਲੇਕਿਨ ਉਹਦਾ ਇਨਫਲੂਐਂਸ, ਉਹਦਾ ਪ੍ਰਭਾਵ ਜਾ ਕੇ ਪੈਂਦਾ ਹੈਗਾ ਸਾਡੇ ਪੋਲੀਟੀਸ਼ੀਅਨਸ ਦੇ ਉੱਤੇ। ਠੀਕ ਹੈ, ਉਹਨੂੰ ਬੋਲਦੇ ਆ ਫਾਰਮਲ ਤੇ ਇਨਫਾਰਮਲ ਥਿੰਗਸ, ਦੋਵੇਂ ਹੀ ਪੋਲੀਟੀਕਲ ਸਿਸਟਮ ਦੇ ਵਿੱਚ ਐਡ ਹੋ ਜਾਂਦੇ ਨੇ। ਇਸ ਲਈ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਪੋਲੀਟੀਕਲ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਐਡ ਹੋ ਜਾਂਦੀਆਂ ਨੇ, ਗਵਰਨਮੈਂਟ ਦੇ ਕੱਲੇ 3 ਪਾਰਟ ਲਿਖ ਕੇ ਨਾ ਆ ਜਿਓ। ਆ ਜਿਹੜੇ ਦੰਗੇ ਕਰਦੇ ਹੋ, ਬਲੱਡ ਸ਼ਿਟ ਕਰਦੇ ਹੋ, ਕਿਸੇ ਦਾ ਮਰਡਰ ਕਰ ਦਿੰਦੇ ਹੈਗੇ ਹੋ, ਗਰੁੱਪ ਬਣਾ ਲੈਂਦੇ ਹੋ ਜੀ, ਧਰਨਾ ਲਾ ਲਿਆ ਉੱਥੇ ਧਰਨਾ ਲਗਾ ਲਿਆ, ਸਾਰੀਆਂ ਚੀਜ਼ਾਂ ਪੋਲੀਟੀਕਲ ਨੂੰ ਪ੍ਰਭਾਵਿਤ ਕਰਦੀਆਂ ਨੇ, ਇਨਫਲੂਐਂਸ ਕਰਦੀਆਂ ਨੇ। ਤੇ ਇਸ ਲਈ ਬੋਲਿਆ ਜਾਂਦਾ ਹੈ ਕਿ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਕੰਪਰੀਹੈਂਸਿਵਨੈਸ ਹੈ, ਮਤਲਬ ਬਹੁਤ ਜ਼ਿਆਦਾ ਵਿਸ਼ਾਲ ਹੈ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਵਾ ਕਹਿੰਦੇ ਯੂਨੀਵਰਸੈਲਿਟੀ ਆਫ ਅ ਪੋਲੀਟੀਕਲ ਸਿਸਟਮ। ਕਹਿੰਦੇ ਰਾਜਨੀਤਿਕ ਪ੍ਰਣਾਲੀ ਦੀ ਸਰਵ ਵਿਆਪਕਤਾ। ਕਹਿੰਦੇ ਕਿ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈਗਾ ਨਾ, ਯੂਨੀਵਰਸੈਲਿਟੀ ਮਤਲਬ ਕਿ ਯੂਨੀਵਰਸਲ ਹੈਗਾ ਵਾ। ਯੂਨੀਵਰਸਲ ਦਾ ਮਤਲਬ ਹੈਗਾ ਸਰਵ ਵਿਆਪਕ ਹੈਗਾ ਵਾ, ਮਤਲਬ ਇਹ ਹਰ ਥਾਂ ਤੇ ਪਾਇਆ ਜਾਂਦਾ ਵਾ। ਚਾਹੇ ਕੋਈ ਬੈਕਵਰਡ ਕਾਸਟ ਦੇ ਪਰਸਨ ਹੋਣ, ਚਾਹੇ ਕੋਈ ਮਾਡਰਨ ਕਾਸਟ ਦੇ ਪਰਸਨ ਹੋਣ, ਵਟਐਵਰ ਜਿਹੜਾ ਵੀ ਹੋਵੇ। ਠੀਕ ਹੈ, ਮਾਡਰਨ ਮੈਟਰ ਨਹੀਂ ਕਰਦਾ, ਬੈਕਵਰਡ ਮੈਟਰ ਨਹੀਂ ਕਰਦਾ। ਇਹ ਜਿਹੜਾ ਪੋਲੀਟੀਕਲ ਸਿਸਟਮ ਹੈ ਹਰ ਜਗ੍ਹਾ ਤੇ ਪਾਇਆ ਜਾਂਦਾ ਵਾ। ਠੀਕ ਹੈ, ਮਤਲਬ ਤੁਸੀਂ ਕੋਈ ਏਰੀਆ ਇਦਾਂ ਦਾ ਨਹੀਂ ਦੇਖਿਆ ਹੋਏਗਾ ਜਿੱਥੇ ਗਵਰਨਮੈਂਟ ਨਹੀਂ ਹੈਗੀ। ਗਵਰਨਮੈਂਟ ਹਰ ਜਗ੍ਹਾ ਤੇ ਆ, ਚਾਹੇ ਗਵਰਨਮੈਂਟ ਘਟੀਆ ਵਾ ਪੰਜਾਬ ਦੀ ਤਰ੍ਹਾਂ, ਚਾਹੇ ਗਵਰਨਮੈਂਟ ਵਧੀਆ ਵਾ ਦਿੱਲੀ ਦੀ ਤਰ੍ਹਾਂ, ਲੇਕਿਨ ਪੋਲੀਟੀਕਲ ਸਿਸਟਮ ਤੋਂ ਹਰ ਕਿਸੇ ਦੇ ਵਿੱਚ ਪਾਇਆ ਹੀ ਜਾਂਦਾ ਵਾ। ਸੋ ਇਹ ਇੱਕ ਯੂਨੀਵਰਸੈਲਿਟੀ ਹੈ। ਠੀਕ ਹੈ, ਕਹਿੰਦੇ ਪੋਲੀਟੀਕਲ ਸਿਸਟਮ ਤੋਂ ਬਿਨਾ ਤੁਸੀਂ ਆਪਣੀ ਸੋਸਾਇਟੀ ਦੀ ਕਲਪਨਾ ਨਹੀਂ ਕਰ ਸਕਦੇ। ਠੀਕ ਹੈ, ਇਮੇਜਿਨ ਨਹੀਂ ਕਰ ਸਕਦੇ ਹੈਗੇ। ਵਿਦਆਊਟ ਪੋਲੀਟੀਕਲ ਸਿਸਟਮ ਯੂ ਕਾਂਟ ਇਮੇਜਿਨ ਦਾ ਸੋਸਾਇਟੀ। ਠੀਕ ਹੈ, ਉਸ ਤੋਂ ਬਾਅਦ ਹੈਗਾ ਯੂਨੀਵਰਸੈਲਿਟੀ ਆਫ ਅ ਪੋਲੀਟੀਕਲ ਸਟਰਕਚਰ। ਕਹਿੰਦੇ ਰਾਜਨੀਤਿਕ ਢਾਂਚਿਆਂ ਦੀ ਸਰਵ ਵਿਆਪਕਤਾ। ਕਹਿੰਦੇ ਜਿਹੜਾ ਤੁਹਾਡਾ ਪੋਲੀਟੀਕਲ ਸਟਰਕਚਰ ਹੈਗਾ ਨਾ, ਕਹਿੰਦੇ ਉਹ ਵੀ ਯੂਨੀਵਰਸਲ ਹੈ। ਯੂਨੀਵਰਸਲ ਕਿੱਦਾਂ? ਕਹਿੰਦੇ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਵੀ ਗਵਰਨਮੈਂਟ ਤੇ ਉਹਦੇ 3 ਪਾਰਟਸ ਹੁੰਦੇ ਸੀਗੇ।
मॉडर्न टाइम पीरियड विच भी गवर्नमेंट ते उरे 3 पार्ट कोई चौथा पार्ट ऐड तो नहीं हो गया, नहीं होया, ठीक है। सो कहंदे ये की किस्म दा हैगा वा, कहंदे जिहड़ा पॉलिटिकल दा स्ट्रक्चर हैगा ना, कहंदे ये एज इट इज मेंटेन आ। पहला भी असि पॉलिटिकल गवर्नमेंट ते 3 पार्ट्स ते उस तो इलावा इनफॉर्मल थिंग्स, मतलब ਜਿਹੜੀਆਂ इंडायरेक्ट बेसिस ਦੇ ਨਾਲ ਗਵਰਨਮੈਂਟਸ ਨੂੰ ਇਨਫਲੂਐਂਸ ਕਰਦੀਆਂ ਨੇ ਉਸ ਨੂੰ ਹੀ ਬੋਲਿਆ ਜਾਂਦਾ ਸੀਗਾ ਪੋਲਿਟਿਕਲ ਸਿਸਟਮ। ਨਾਓ ਦਿਸ ਟਾਈਮ ਪੀਰੀਅਡ ਵੀ ਇਸ ਨੂੰ ਹੀ ਸਭ ਨੂੰ ਬੋਲਿਆ ਜਾਂਦਾ ਹੈ ਪੋਲਿਟਿਕਲ ਸਿਸਟਮ, ਠੀਕ ਹੈ। ਸੋ ਇੱਕ ਕਿਸਮ ਦਾ ਕੀ ਹੈ ਪੋਲਿਟਿਕਲ ਸਟਰਕਚਰ ਜੋ ਹੈ ਐਜ਼ ਇਟ ਇਜ਼ ਹੀ ਮੇਨਟੇਨ ਹੈਗਾ ਵਾ, ਠੀਕ ਹੈ ਬੇਟਾ। ਉਸ ਤੋਂ ਬਾਅਦ ਨੈਕਸਟ ਅਸੀਂ ਚੱਲਦੇ ਹੈਗੇ ਆ, ਕਹਿੰਦੇ ਕਿ ਯੂਨੀਵਰਸੈਲਿਟੀ ਆਫ ਅ ਪੋਲਿਟਿਕਲ ਫੰਕਸ਼ਨ, ਕਹਿੰਦੇ ਰਾਜਨੀਤਿਕ ਕਾਰਜਾਂ ਦੀ ਸਰਵ ਵਿਆਪਕਤਾ, ਮਤਲਬ ਪੋਲਿਟਿਕਲ ਫੰਕਸ਼ਨ ਜਿਹੜੇ ਹੈਗੇ ਨੇ ਕਹਿੰਦੇ ਉਹ ਹਰ ਜਗ੍ਹਾ, ਹਰ ਥਾਂ, ਹਰ ਏਰੀਆ, ਹਰ ਸਮੇਂ ਏਦਾਂ ਦੇ ਹੀ ਰਹਿੰਦੇ ਨੇ, ਠੀਕ ਹੈ। ਸਭ ਤੋਂ ਪਹਿਲਾਂ ਇਨਪੁਟ ਫੰਕਸ਼ਨ ਹੈਗੇ ਨੇ, ਇਹਨਾਂ ਦੇ ਬੇਸ ਤੇ ਅਲੱਗ ਕੁਐਸਚਨ ਆਏਗਾ। ਜਿਹੜਾ ਮੈਂ 6ਵਾਂ ਪੁਆਇੰਟ ਬੋਲ ਰਹੀ ਹਾਂ ਨਾ, ਜੇ 6 ਪੁਆਇੰਟ ਤੁਸੀਂ ਯਾਦ ਕਰ ਲੈਂਦੇ ਹੈਗੇ ਹੋ ਤੇ ਇਹਨਾਂ ਦੇ ਬੇਸ ਤੇ ਇੱਕ ਵੱਖਰਾ ਕੁਐਸਚਨ ਆਏਗਾ ਕਿ ਯੂਨੀਵਰਸੈਲਿਟੀ ਆਫ ਅ ਪੋਲਿਟਿਕਲ ਫੰਕਸ਼ਨਸ, ਮਤਲਬ ਕਿ ਰਾਜਨੀਤਿਕ ਕਾਰਜਾਂ ਦੀ ਸਰਵ ਵਿਆਪਕਤਾ ਲਿਖੋ, ਠੀਕ ਹੈ। ਇਸ ਦੇ ਬੇਸ ਤੇ ਅਲੱਗ ਤੋਂ ਕੁਐਸਚਨ ਆਏਗਾ। ਸੋ ਰਾਈਟ ਡਾਊਨ ਪਲੀਜ਼ ਇਨਪੁਟ ਫੰਕਸ਼ਨ। ਇਨਪੁਟ ਫੰਕਸ਼ਨ ਕਿਹੜੇ ਹੈਗੇ ਆ? ਪੋਲਿਟਿਕਲ ਸੋਸ਼ਲਾਈਜੇਸ਼ਨ ਐਂਡ ਰਿਕਰੂਟਮੈਂਟ। ਇਸ ਨੂੰ ਮੈਂ ਐਕਸਪਲੇਨ ਨਹੀਂ ਕਰਾਂਗੀ ਕਿਉਂਕਿ ਇਸ ਦੇ ਬੇਸ ਤੇ ਅਲੱਗ ਤੋਂ ਕੁਐਸਚਨ ਕਰਵਾਣਾ ਹੈ, ਦੈਨ ਮੈਂ ਉਦੋਂ ਹੀ ਇਸ ਨੂੰ ਐਕਸਪਲੇਨ ਕਰਾਂਗੀ। ਬਾਰ-ਬਾਰ ਮੈਂ ਕਿਸੇ ਚੀਜ਼ ਨੂੰ ਐਕਸਪਲੇਨ ਨਹੀਂ ਕਰਨਾ। ਸੋ ਜਸਟ ਰਾਈਟ ਡਾਊਨ ਓਨਲੀ ਦ ਪੁਆਇੰਟਸ। ਦ ਫਰਸਟ ਪੁਆਇੰਟ ਇਜ਼ ਪੋਲਿਟਿਕਲ ਸੋਸ਼ਲਾਈਜੇਸ਼ਨ ਐਂਡ ਰਿਕਰੂਟਮੈਂਟ, ਠੀਕ ਹੈ, ਕਿ ਰਾਜਨੀਤਿਕ ਸਮਾਜੀਕਰਨ ਤੇ ਭਰਤੀ। ਦ ਸੈਕੰਡ ਪੁਆਇੰਟ ਇਜ਼ ਇੰਟਰਸਟ ਐਗਰੀਗੇਸ਼ਨ। ਇੰਟਰਸਟ ਐਗਰੀਗੇਸ਼ਨ ਦਾ ਮਤਲਬ ਹੈ ਹਿੱਤ ਸਮੂਹੀਕਰਨ। इंटरेस्ट आर्टिकुलेशंस, इंटरेस्ट आर्टिकुलेशंस का मतलब हैगा हित स्पष्टीकरण। एंड द फोर्थ पॉइंट राइट डाउन पॉलिटिकल कम्युनिकेशंस, ठीक है। पॉलिटिकल कम्युनिकेशंस का मतलब हुंदा है राजनीतिक संचार। ये इनपुट फंक्शन ने। इनपुट अगर तुसी पढ़िया होगा तुसी फिर आउटपुट भी पढ़िया होगा, किते लिखिया है ना इनपुट हुंदी है तो आउटपुट तो हुंदी है। तो आउटपुट फंक्शन केड़े ने? रूल मेकिंग फंक्शन। फर्स्ट इज राइट डाउन रूल मेकिंग फंक्शन। Next is rule application function. Third is rule educated functions. ठीक है। सो ये 3 तरह के फंक्शन हो गए। नेक्स्ट है जी सब सिस्टम एंड देयर इंटरडिपेंडेंस। एंड देयर इंटरडिपेंडेंस, चलो ठीक है। कहंदे कि सब सिस्टम, कहंदे कि हर एक सिस्टम दा सब सिस्टम हुंदा वा, हर एक सिस्टम दूजे सिस्टम ते डिपेंड हुंदा वा। एक सिस्टम दे विच अगर किसी तरह दी कोई प्रॉब्लम आंदी है दैन दूजे सिस्टम दे विच भी प्रॉब्लम आ जांदी है कि असीं इसनूं इस तरीके दे नाल लिखना हैगा वा, ठीक है। बहुत आसान जी वर्डिंग दे नाल लिखना है कि हर एक सिस्टम दे कुछ सब सिस्टम हुंदे आ, हर एक सिस्टम दूजे सिस्टम ते डिपेंड हुंदा वा। एक सिस्टम दे विच अगर प्रॉब्लम आंदी है दैन दूसरा सिस्टम उस दे नाल इन्फ्लुएंस हुंदा वा। एग्जांपल तुसी अपनी बुक वाली लिख लेनी हैगी। बुक दे विच लिखिया होया वा कि जेकर असी लेजिस्लेटिव दे जिहड़े लेजिस्लेचर लिख लो चाहे लेजिस्लेटिव लिख लो, कहंदे लेजिस्लेचर दे जिहड़े मैंबर हैगे आ जे जिहड़े मैंबर हैगे असी कैपेबल भेजांगे। कैपेबल मतलब हैगा वा योग भेजांगे, स्किल्ड पर्सन भेजांगे। तुसी ये मान के चलो फिर जेड़े तुहाडे एग्जीक्यूटिव दे पर्सन भी होणगे ना कैपेबल होणगे। जे तुसी पहले ने मूर्ख भेजना ते दूजे तां आपे मूर्ख होने आ, ठीक है। सो लेजिस्लेचर दे जेड़े मैंबर हैगे आ अगर उन्हां नूं तुसी अच्छे तरीके वाले भेजोगे दैन दूसरे पर्सन भी अच्छे होणगे। अगर उन्हां नूं ही तुसी बुरे भेजोगे दैन दूसरे पर्सन भी तुहानूं बुरे ही टकरनगे, ठीक है। नेक्स्ट हैगा वा एक्सटेंस ऑफ द बाउंड्री, ठीक है। एग्जिस्टेंस ऑफ बाउंड्री, सॉरी एग्जिस्टेंस ऑफ बाउंड्री का मतलब है सीमावां दी होंद। मतलब कहंदे हर पॉलिटिकल सिस्टम दियां अपनियां अपनियां जड़ियां हैगियां ने बाउंड्री हुंदियां ने, ठीक है। हर एक सिस्टम दियां बाउंड्री हुंदियां ने। कहंदे हर एक सिस्टम दियां अगर बाउंड्री हैगियां वा ते तुसी ये मान के चलो जड़ियां पॉलिटिकल सिस्टम हैगा वा ओदियां भी बाउंड्री होणगियां, पर हर जगह दे उत्ते जड़ियां बाउंड्री हैगियां ने डिफरेंट टाइप दियां हुंदियां ने, ठीक है। क्योंकि असी कहांगे इकोनॉमिक कंडीशन सोशल कंडीशन सारे देशों की सेम नहीं हो सकती। इंडिया की कंडीशन सब तो वध खराब है। जे मैं कह दवां कि इंग्लैंड दे विच जिहड़े रूल चलदे ने इंडिया दे विच चला लो तो पॉसिबल नहीं हैगा। इंडिया दे लोकां नूं शायद उन्हां रूल्स दी हजे जरूरत ही नहीं हैगी। इंडिया इन्ना प्रोग्रेस नहीं कर पाया हैगा, ठीक है।
तो ਅਸੀਂ ਕਵਾਂਗੇ ਪੋਲੀਟੀਕਲ ਸਿਸਟਮ ਹਰ ਜਗ੍ਹਾ ਤੇ ਇੱਕੋ ਜਿਹਾ ਵਾ ਲੇਕਿਨ ਬਾਉਂਡਰੀ ਡਿਫਰੈਂਟ ਨੇ ਬਿਕੋਜ਼ ਹਰ ਜਗ੍ਹਾ ਦਾ ਜਿਹੜਾ ਪੋਲੀਟੀਕਲ ਆ ਇਕਨੋਮਿਕ ਕੰਡੀਸ਼ਨ ਹੈ ਡਿਫਰੈਂਟ ਹੈ ਸੋ ਹਰ ਜਗ੍ਹਾ ਦੇ ਲੋਕਾਂ ਦੀਆਂ ਜਿਹੜੀਆਂ ਬਾਉਂਡਰੀ ਨੇ ਉਹ ਡਿਫਰੈਂਟ ਨੇ ਟਾਈਮ ਟੂ ਟਾਈਮ ਇਹ ਬਾਉਂਡਰੀ ਜਿਹੜੀਆਂ ਨੇ ਆਪਣੇ ਆਪ ਚੇਂਜ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਹੁਣ ਤੁਸੀਂ ਐਗਜ਼ਾਮਪਲ ਲਿਖ ਸਕਦੇ ਹੈਗੇ ਹੋ ਇਹ ਆਲਮੰਡ ਤੇ ਪਾਵਲ ਨੇ ਇੱਕ ਐਗਜ਼ਾਮਪਲ ਦਿੱਤੀ ਸੀ ਕਹਿੰਦੇ ਯੁੱਧ ਦੇ ਟਾਈਮ ਪੀਰੀਅਡ ਕਹਿੰਦੇ ਜਦੋਂ ਵਾਰ ਹੁੰਦੀ ਹੈ ਉਹ ਟਾਈਮ ਪੀਰੀਅਡ ਦੇ ਵਿੱਚ ਸਾਡੀਆਂ ਜਿਹੜੀਆਂ ਬਾਉਂਡਰੀਜ਼ ਹੁੰਦੀਆਂ ਨੇ ਉੱਥੇ ਜਿਹੜੇ ਪਰਸਨ ਹੁੰਦੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਠੀਕ ਹੈ ਯੁੱਧ ਦੇ ਟਾਈਮ ਪੀਰੀਅਡ ਦੇ ਵਿੱਚ ਯੁੱਧ ਮਤਲਬ ਜਦੋਂ ਵਾਰ ਵਗੈਰਾ ਹੁੰਦੀ ਉਸ ਟਾਈਮ ਪੀਰੀਅਡ ਦੇ ਵਿੱਚ ਸਾਡੇ ਬਾਉਂਡਰੀ ਦੇ ਉੱਤੇ ਪਰਸਨ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਪਰਸਨ ਕੌਣ ਹੁੰਦੇ ਨੇ ਮਿਲਟਰੀ ਦੇ ਪਰਸਨ ਵੱਧ ਜਾਂਦੇ ਨੇ ਜਦੋਂ ਯੁੱਧ ਨਹੀਂ ਹੈਗਾ ਤੇ ਉਦੋਂ ਜਿਹੜੇ ਮਿਲਟਰੀ ਦੇ ਪਰਸਨ ਉੱਥੇ ਘਟਾ ਦਿੱਤੇ ਜਾਂਦੇ ਨੇ ਇਹਦਾ ਮਤਲਬ ਆ ਕਿ ਸਾਡਾ ਅਸੀਂ ਸਮੇਂ ਟਾਈਮ ਸਿਚੁਏਸ਼ਨ ਦੇ ਅਕੋਰਡਿੰਗ ਜਿਹੜੇ ਪਰਸਨ ਹੈਗੇ ਆ ਉਹਨਾਂ ਨੂੰ ਚੇਂਜ ਕਰਦੇ ਰਹਿੰਦੇ ਆ ਸੀਮਾਵਾਂ ਜਿਹੜੀਆਂ ਹੈਗੀਆਂ ਨੇ ਅਸੀਂ ਮਤਲਬ ਵੱਧ ਲੋਕਾਂ ਨੂੰ ਭਰਤੀ ਕਰਨਾ ਘੱਟ ਲੋਕਾਂ ਨੂੰ ਭਰਤੀ ਕਰਨਾ ਭਰਤੀ ਦਾ ਮਤਲਬ ਹੁੰਦਾ ਰਿਕਰੂਟਮੈਂਟ ਕਰਨਾ ਹੋਰ ਭਰਤੀ ਨਾ ਲਿਖ ਲਿਓ ਜਾ ਕੇ ਠੀਕ ਹੈ ਤਾਂ ਰਿਕਰੂਟਮੈਂਟ ਜਿਹੜੀ ਹੈਗੀ ਆ ਵੱਧ ਕਰਨੀ ਆ ਘੱਟ ਕਰਨੀ ਹੈਗੀ ਆ ਡਿਪੈਂਡ ਕਰਦਾ ਕਿਤੇ ਸਾਡੇ ਤੇ ਡਿਪੈਂਡ ਕਰਦਾ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਦੇ ਅਕੋਰਡਿੰਗ ਕਰਦੇ ਹਾਂ ਹੁਣ ਤੁਹਾਡੇ ਕੋਲ ਬੱਚੇ ਕੁਝ ਕੁਐਸਚਨ ਪੁੱਛੇ ਜਾਣਗੇ ਵੈਸੇ ਤਾਂ ਮੈਂ ਤੁਹਾਨੂੰ 8 ਪੁਆਇੰਟ ਹੀ ਕਰਵਾਇਆ ਲੇਕਿਨ ਮੈਂ ਪਹਿਲਾਂ ਤੁਹਾਡੇ ਕੋਲ ਪੁੱਛ ਲਾਂ ਕਿ ਤੁਹਾਨੂੰ ਕਿੰਨਾ ਕੁ ਸਮਝ ਆਇਆ ਪੋਲੀਟੀਕਲ ਸਿਸਟਮ ਠੀਕ ਹੈ ਬਿਕੋਜ਼ ਮੇਰੇ ਖਿਆਲ ਨਾਲ ਤੁਹਾਡੇ ਬੁੱਕ ਦੇ ਵਿੱਚ ਇੱਕ ਇਹੀ ਚੈਪਟਰ ਹੈਗਾ ਵਾ ਜਿਹੜਾ ਥੋੜਾ ਟਫ ਹੈ ਅਦਰਵਾਈਜ਼ ਬਸ ਸਾਰੇ ਜਿਹੜੇ ਹੈਗੇ ਆ ਆਸਾਨ ਹੀ ਹੈਗੇ ਸੋ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਏਗਾ ਠੀਕ ਹੈ